ਬੋਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਗੁਰਸ਼ਰਨ ਕੌਰ। ਜੇਕਰ ਆਪਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਇੱਥੇ ਅਜਿਹੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਨਾਲ ਲੋਕ ਹੁਣ ਵੀ ਜੂਝ ਰਹੇ ਨੇ। ਭਾਵੇਂ ਉਹ ਈਟੀਟੀ ਟੈਟ ਪਾਸ ਅਧਿਆਪਕ ਹੋਣ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਘਰ ਘੇਰਨ ਦੀ ਤਿਆਰੀ ਜ਼ਰੂਰ ਕਰਦੇ ਨੇ, ਪਰ ਡਾਂਗਾ ਮਾਰ-ਮਾਰ ਕੇ ਉਹਨਾਂ ਨੂੰ ਖਦੇੜ ਦਿੱਤਾ ਜਾਂਦਾ ਹੈ। ਜੇਕਰ ਆਪਾਂ ਨਰਸਾਂ ਦੀ ਗੱਲ ਕਰੀਏ, ਉਹਨਾਂ ਦੇ ਵੱਲੋਂ ਵੀ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਪਰ ਉਹਨਾਂ ਦੀ ਗੱਲ ਵੀ ਨਹੀਂ ਸੁਣੀ ਜਾਂਦੀ। ਤੁਸੀਂ ਦੇਖਿਆ ਹੋਣਾ ਕਿ ਹੁਣ ਵੀ ਅਧਿਆਪਕ ਟੈਂਕੀ ਤੇ ਚੜ ਕੇ ਬੈਠੇ ਹੋਏ ਨੇ, ਇਹੀ ਕਹਿ ਰਹੇ ਨੇ ਕਿ ਸਾਨੂੰ ਬੇਰੁਜ਼ਗਾਰ ਭੱਤਾ ਹੀ ਦੇ ਦਿਓ ਜੇਕਰ ਸਾਨੂੰ ਤੁਸੀਂ ਹੋਰ ਕੁਝ ਨਹੀਂ ਦੇ ਸਕਦੇ ਤਾਂ। ਤੇ ਹੁਣ ਦੂਸਰੇ ਪਾਸੇ ਜਦੋਂ ਸਫਾਈ ਕਰਮਚਾਰੀਆਂ ਦੇ ਵੱਲੋਂ ਅਲਟੀਮੇਟਮ ਦਿੱਤਾ ਗਿਆ ਸਰਕਾਰ ਨੂੰ ਕਿ ਜੇਕਰ 15 ਦਿਨਾਂ ਦੇ ਵਿੱਚ ਉਹਨਾਂ ਦੀ ਗੱਲ ਨਹੀਂ ਮੰਨੀ ਗਈ, ਇਹ ਮੰਗਾਂ ਵੀ ਉਹ ਨੇ ਜੋ ਕਿ ਬਿਲਕੁਲ ਜਾਇਜ਼ ਨੇ। ਉਹ ਕਹਿੰਦੇ ਨੇ ਕਿ ਸਾਡੀ ਤਨਖਾਹ ਵਧਾਈ ਜਾਵੇ, ਸਿਹਤ ਬੀਮਾ ਦਿੱਤਾ ਜਾਵੇ, ਕਿਉਂਕਿ ਕੋਵਿਡ ਵਰਗੇ ਹਾਲਾਤਾਂ ਦੇ ਵਿੱਚ ਉਹ ਗੰਦਗੀ, ਉਹ ਸਾਰੇ ਕੰਮ ਸਫਾਈ ਕਾਮੇ ਕਰ ਰਹੇ ਨੇ ਜਿਹੜੇ ਕਿ ਫਰੰਟ ਲਾਈਨ ਵਾਰੀਅਰ ਦੇ ਤੌਰ ਤੇ ਅੱਗੇ ਆਏ ਹੋਏ ਨੇ ਸਾਨੂੰ ਸੁਰੱਖਿਅਤ ਰੱਖਣ ਦੇ ਲਈ। ਪਰ ਉਸ ਦੇ ਬਾਵਜੂਦ ਵੀ ਇਹਨਾਂ ਦੀ ਗੱਲ ਆਖਿਰਕਾਰ ਸਰਕਾਰ ਕਿਉਂ ਨਹੀਂ ਸੁਣਨਾ ਚਾਹ ਰਹੀ, ਸੁਣਨਾ ਨਹੀਂ ਚਾਹ ਰਹੀ ਜਾਂ ਫਿਰ ਉਹ ਸੁਣ ਹੀ ਨਹੀਂ ਸਕਦੀ। ਇਹ ਸਾਰੀ ਗੱਲਬਾਤ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਕਵਲਜੀਤ ਖੰਨਾ ਜੀ। ਤੁਸੀਂ ਜਾਣਦੇ ਹੀ ਹੋ ਇਹਨਾਂ ਨੂੰ ਕਿ ਕਿੰਨੇ ਜ਼ਿਆਦਾ ਸਮੇਂ ਤੋਂ ਹੀ ਲੋਕਾਂ ਦੀ ਆਵਾਜ਼ ਬਣਦੇ ਆਏ ਨੇ। ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਜੀ, ਸਫਾਈ ਕਾਮਿਆਂ ਦੀ ਆਪਾਂ ਜੇਕਰ ਗੱਲ ਕਰ ਰਹੇ ਹਾਂ, ਤੁਸੀਂ ਲਿਖਦੇ ਹੋ ਕਿ ਆਖਿਰਕਾਰ ਇਹਨਾਂ ਦੀ ਆਵਾਜ਼ ਕੌਣ ਬਣੇ। ਤੁਸੀਂ ਇਹਨਾਂ ਦੀ ਆਵਾਜ਼ ਕਿਸ ਤਰ੍ਹਾਂ ਬਣ ਰਹੇ ਹੋ, ਕਿਉਂਕਿ ਇਸੇ ਆਰਟੀਕਲ ਦੇ ਅੰਤ ਦੇ ਵਿੱਚ ਤੁਸੀਂ ਲਿਖਦੇ ਹੋ ਕਿ ਕਿਉਂ ਨਾ ਆਪਾਂ ਵੀ ਇਹਨਾਂ ਦੇ ਨਾਲ ਚੱਲੀਏ। ਬਿਲਕੁਲ। ਪੰਜਾਬ ਭਰ ਦੇ ਵਿੱਚ ਪਿਛਲੇ 1 ਮਹੀਨੇ ਤੋਂ ਸਫਾਈ ਕਰਮਚਾਰੀ ਕੰਮ ਬੰਦ ਕਰਕੇ ਹੜਤਾਲ ਤੇ ਬੈਠੇ ਨੇ। ਇਹ ਉਹ ਸਫਾਈ ਕਰਮਚਾਰੀ ਨੇ ਜਦੋਂ ਅਸੀਂ ਸੁੱਤੇ ਪਏ ਹੁੰਨੇ ਆ ਤਾਂ ਇਹ ਆਪਣੇ ਘਰਾਂ ਤੋਂ ਨਿਕਲ ਕੇ ਆ ਕੇ ਸਾਡੇ ਮਹੱਲਿਆਂ 'ਚ, ਸਾਡੀਆਂ ਕਲੋਨੀਆਂ 'ਚ, ਸੜਕਾਂ ਤੇ ਸਫਾਈ ਕਰਕੇ, ਕੂੜਾ ਇਕੱਠਾ ਕਰਕੇ ਲਿਜਾ ਕੇ ਸਾਡੇ ਆਲੇ ਦੁਆਲੇ ਨੂੰ ਸਾਫ਼ ਤੇ ਸੁੰਦਰ ਬਣਾਉਂਦੇ। ਇਹ ਖੁਦ ਮਿੱਟੀ ਘੱਟੇ 'ਚ ਰਹਿੰਦੇ ਨੇ, ਖੁਦ ਬਦਬੂ 'ਚ ਰਹਿੰਦੇ ਨੇ, ਖੁਦ ਇਹ ਐਂ ਸਮਝ ਲਓ ਕਿ ਔਰਤ ਸਫਾਈ ਕਰਮਚਾਰੀਆਂ ਔਰ ਮਰਦ ਸਫਾਈ ਕਰਮਚਾਰੀ ਕਿੰਨਾ ਵੱਡਾ ਬੋਝ ਸਾਡੇ ਕੂੜੇ ਦਾ ਚੱਕ ਕੇ ਰਿਕਸ਼ੇ ਦੇ ਉੱਤੇ ਜਾਂ ਰੇਹੜੀ ਦੇ ਉੱਤੇ ਲੱਦ ਕੇ ਲੈ ਜਾਂਦੇ ਨੇ ਔਰ ਫਿਰ ਉਹਨੂੰ ਡੰਪ ਕਰਦੇ ਨੇ। ਸੀਵਰਮੈਨ ਨੇ ਜਿਹੜੇ, ਅਸੀਂ ਘਰਾਂ 'ਚ ਬੈਠ ਕੇ ਆਪਣੀ ਸਫਾਈ ਕਰਦੇ ਹਾਂ ਔਰ ਸੀਵਰਮੈਨ ਜਦੋਂ ਸਾਡਾ ਸੀਵਰੇਜ ਬੰਦ ਹੋ ਜਾਂਦਾ ਹੈ ਤਾਂ ਉਹ ਚੈਂਬਰ ਦੇ ਵਿੱਚ, ਹੋਲ ਦੇ ਵਿੱਚ ਵੜ ਕੇ ਪੂਰਾ ਸਿਰ ਤੱਕ ਥੱਲੇ ਡੁੱਬ ਕੇ ਉਹਦੀ ਸਫਾਈ ਕਰਦਾ ਹੈ। ਕਿਹੋ ਜਿਹੀ ਗੈਸ ਚੜ੍ਹਦੀ ਹੋਏਗੀ ਉਹਨੂੰ, ਕਿਹੋ ਜਿਹੀ ਬਦਬੂ ਦੇ ਵਿੱਚ ਉਹ ਅੰਦਰ ਵੜਦਾ ਹੋਏਗਾ, ਸਫਾਈ ਕਰਦਾ ਹੋਏਗਾ, ਕਚਰਾ ਕੱਢਦਾ ਹੋਏਗਾ। ਔਰ ਹਾਲਾਤ ਇਹ ਨੇ ਕਿ ਪਿਛਲੇ ਲੰਬੇ ਅਰਸੇ ਤੋਂ ਪੂਰੇ ਦੇਸ਼ ਦੇ ਅੰਦਰ ਕਿੰਨੇ ਸੀਵਰੇਜ ਮੈਨ ਨੇ ਜਿਹੜੇ ਉਹ ਇਹਨਾਂ ਹੋਲਾਂ ਦੀ, ਇਹਨਾਂ ਚੈਂਬਰਾਂ ਦੀ ਸਫਾਈ ਕਰਦੇ ਹੋਏ ਮਰ ਚੁੱਕੇ ਨੇ। ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਸਾਡੇ ਦੇਸ਼ ਦੇ ਅੰਦਰ ਤੇ ਸਾਡੇ ਪੰਜਾਬ ਦੇ ਅੰਦਰ ਇਹ ਸੀਵਰੇਜ ਕਾਮੇ ਵੀ ਔਰ ਸਫਾਈ ਕਰਮਚਾਰੀ ਵੀ 3 ਤਰ੍ਹਾਂ ਦੀਆਂ ਕੈਟਾਗਰੀਆਂ ਨੇ। ਇੱਕ ਜਿਹੜੇ ਪੱਕੇ ਲੱਗੇ ਹੋਏ ਨੇ, ਜਿਨ੍ਹਾਂ ਨੂੰ ਅਸੀਂ ਪੱਕੇ ਕਰਮਚਾਰੀ ਕਹਿੰਦੇ ਆ, ਉਹਨਾਂ ਨੂੰ 22-23 ਰੁਪਇਆ ਤਨਖਾਹ ਮਿਲਦੀ ਹੈ। ਇੱਕ ਡੀਸੀ ਰੇਟ ਤੇ ਲੱਗੇ ਹੋਏ ਕਰਮਚਾਰੀ ਨੇ ਜਿਨ੍ਹਾਂ ਦਾ ਡੀਸੀ ਰੇਟ ਦਾ 10,800 ਹੈ, ਪਰ ਕੱਟ ਕਟਾ ਕੇ ਉਹਨਾਂ ਨੂੰ 8,500 ਦੇ ਕਰੀਬ ਮਿਲਦਾ ਹੈ। ਇੱਕ ਤੀਜੀ ਕੈਟਾਗਰੀ ਦੇ ਕੰਮ ਇਹ ਉਹ ਨੇ ਜਿਹੜੇ ਸਿਰਫ 2400 ਰੁਪਏ ਯਾਨੀ 80 ਰੁਪਏ ਦਿਹਾੜੀ ਤੇ 8 ਘੰਟੇ ਲਈ, 10 ਘੰਟੇ ਲਈ ਇੰਨਾ ਸਖਤ ਜਾਨ ਕੰਮ, ਜੋਖਮ ਵਾਲਾ ਕੰਮ ਕਰਦੇ। 2400 ਰੁਪਏ ਸਮਝਦੇ ਹੋ ਕਿੰਨੀ ਕੁ ਅਮਾਊਂਟ ਹੈ? ਉਹਦੇ ਨਾਲ ਕਿੰਨੇ ਬੱਚੇ ਪਲ ਸਕਦੇ ਨੇ, ਕਿੰਨੇ ਕੁ ਪਰਿਵਾਰ ਪਲ ਸਕਦੇ ਨੇ, ਕੀ ਉਹ ਖਾ ਸਕਦੇ ਨੇ, ਕੀ ਉਹ ਪਹਿਨ ਸਕਦੇ ਨੇ। ਬਹੁਤ ਹੀ ਨਾਮ ਮਾਤਰ 2400 ਰੁਪਏ, 80 ਰੁਪਏ ਦਿਹਾੜੀ ਤੇ ਤੁਸੀਂ ਕੰਮ ਲੈ ਰਹੇ ਹੋ, ਤੇ ਕੰਮ ਉਹ ਲੈ ਰਹੇ ਹੋ ਜਿਹੜਾ ਸਮਾਜ ਦਾ ਕੋਈ ਹੋਰ ਵਰਗ ਕਰ ਹੀ ਨਹੀਂ ਸਕਦਾ। ਬਿਲਕੁਲ। ਕੀ ਅਸੀਂ ਸਫਾਈ ਕਰ ਸਕਦੇ ਹਾਂ? ਕੀ ਅਸੀਂ ਸਫਾਈ ਕਰਮਚਾਰੀ ਜਿਹੜੇ ਜਨਰਲ ਕੈਟੇਗਰੀ ਦੇ ਲੋਕ ਆ, ਅਸੀਂ ਸਫਾਈ ਕਰਮਚਾਰੀ ਦੇ ਤੌਰ ਤੇ ਆਪਣੇ ਆਪ ਨੂੰ ਪੇਸ਼ ਕਰਦੇ ਹਾਂ ਕਿ ਹਾਂ ਸਾਥੋਂ ਕੰਮ ਲਓ? ਇਹ ਬਕਾਇਦਾ ਸਮਾਜ ਦੇ ਅੰਦਰ ਪਿਛਲੇ ਸਦੀਆਂ ਤੋਂ ਜਿਹੜੀ ਵਰਨ ਵਿਵਸਥਾ ਚੱਲ ਰਹੀ ਹੈ, ਉਹਦੇ ਜਿਹੜਾ ਚੌਥਾ ਸਭ ਤੋਂ ਹੇਠਲੇ ਡੰਡੇ ਵਾਲਾ ਤਬਕਾ ਹੈ, ਜਿਹਨੂੰ ਅਸੀਂ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ ਕਹਿੰਦੇ ਆ, ਉਹਦੇ ਚ ਬੇਨਤੀ ਇਹ ਹੈ ਕਿ ਜਿਸ ਕਿਸਮ ਦਾ ਕੰਮ ਹੈ ਇਹਨਾਂ ਕੋਲ, ਜਿਸ ਕਿਸਮ ਦੀ
ਇਹਨਾਂ ਦਾ ਕੰਮ ਦਾ ਸੁਭਾਅ ਹੈ, ਨੇਚਰ ਆਫ ਵਰਕ ਹੈ। ਤੇ ਮੈਂ ਤਾਂ ਇਹ ਸਮਝਦਾ ਕਿ ਇਹਨਾਂ ਨੂੰ ਬਾਕੀ ਸਾਰੇ ਵਰਗਾਂ ਨਾਲੋਂ, ਬਾਕੀ ਸਾਰੇ ਤਬਕਿਆਂ ਨਾਲੋਂ ਸਭ ਤੋਂ ਵੱਧ ਜਿਹੜੀ ਤਨਖਾਹ ਉਹ ਮਿਲਣੀ ਚਾਹੀਦੀ ਹੈ। ਜਿਹੜਾ ਕੰਮ ਸਮਾਜ ਦਾ ਕੋਈ ਹੋਰ ਵਰਗ ਨਹੀਂ ਕਰ ਰਿਹਾ ਤੇ ਇਹ ਵਰਗ ਕਰ ਰਿਹਾ ਹੈ। ਜਿਹੜਾ ਵਰਗ ਕਿਸੇ ਮੌਕੇ ਤੇ ਸਾਡੇ ਸਮਾਜ ਦੇ, ਸਾਡੇ ਲੋਕਾਂ ਦਾ ਮੈਲਾ ਵੀ ਸਿਰ ਤੇ ਢੋਂਦਾ ਰਿਹਾ। ਕਿੰਨੀ ਹੈਰਾਨਗੀ ਹੈ ਕਿ ਜਿਸ ਚੀਜ਼ ਸਭ ਤੋਂ ਵੱਧ ਨਫ਼ਰਤ ਕਰਦੇ ਆ, ਉਹ ਲੋਕ ਸਾਡੇ ਘਰਾਂ 'ਚ ਜਾ ਕੇ ਸਾਡੇ ਸਫਾਈ ਕਰਕੇ ਆਪਣੇ ਸਿਰਾਂ ਤੇ ਢੋਂਦੇ ਰਹੇ। ਉਹ ਕਿਸ ਕਿਸਮ ਦੀ ਜ਼ਿੰਦਗੀ ਜਿਉਂਦੇ ਹੋਣਗੇ? ਇਸ ਗੱਲ ਦਾ ਅੰਦਾਜ਼ਾ ਕੀ ਸਾਡੇ ਸਿਸਟਮ ਨੂੰ ਹੈ, ਕੀ ਸਾਡੀ ਸਰਕਾਰ ਨੂੰ ਹੈ, ਕੀ ਸਾਡੀ ਹਕੂਮਤ ਨੂੰ ਹੈ ਕਿ ਪਿਛਲੇ ਸਦੀਆਂ ਤੋਂ ਜਿਨ੍ਹਾਂ ਲੋਕਾਂ ਨੂੰ ਖੂਹਾਂ ਤੇ ਨਹੀਂ ਚੜ੍ਹਿਆ ਜਾਂਦਾ ਰਿਹਾ, ਜਿਨ੍ਹਾਂ ਨੂੰ ਵਿੱਦਿਆ ਦਾ ਹੱਕ ਹਾਸਲ ਕਰਨ ਦੀ ਮਨਾਹੀ ਹੁੰਦੀ ਸੀ, ਜਿਨ੍ਹਾਂ ਨੂੰ ਦੇਖ ਕੇ ਨੱਕ ਸਕੋੜ ਲਿਆ ਜਾਂਦਾ ਸੀ, ਜਿਨ੍ਹਾਂ ਨੂੰ ਨਫ਼ਰਤ ਕੀਤੀ ਜਾਂਦੀ ਸੀ, ਜਿਨ੍ਹਾਂ ਨੂੰ ਮਾਰਿਆ ਕੁੱਟਿਆ ਜਾਂਦਾ ਸੀ, ਅੱਜ ਉਹ ਵਰਗ ਸਾਡੇ ਪੰਜਾਬ ਦੇ ਅੰਦਰ, ਦੇਸ਼ ਦੇ ਅੰਦਰ ਸਫਾਈ ਕਰਮਚਾਰੀ ਦੇ ਤੌਰ ਤੇ ਸਭ ਤੋਂ ਹੇਠਲੇ ਡੰਡੇ ਦਾ ਕੰਮ ਕਰ ਰਿਹਾ। ਤੇ ਉਹਨਾਂ ਨਾਲ ਸਾਡੇ ਜਿਹੜੇ ਸਥਾਨਕ ਸੰਸਥਾਵਾਂ ਦਾ ਮਹਿਕਮਾ ਹੈ, ਜਿਹਨੂੰ ਲੋਕਲ ਬਾਡੀ ਮਹਿਕਮਾ ਕਹਿੰਦੇ ਆ, ਉਹਦੇ ਅੰਦਰ ਨਗਰ ਪੰਚਾਇਤਾਂ ਦੇ ਅੰਦਰ, ਉਹਦੇ ਅੰਦਰ ਨਗਰ ਕੌਂਸਲਾਂ, ਉਹਦੇ ਅੰਦਰ ਨਗਰ ਨਿਗਮ, ਇਹ 3 ਕਿਸਮ ਦੇ ਅਦਾਰੇ ਨੇ ਜਿਨ੍ਹਾਂ ਦੇ ਵਿੱਚ ਸਾਡੇ ਪੰਜਾਬ 'ਚ ਵੀ, ਪੂਰੇ ਦੇਸ਼ ਦੇ ਵਿੱਚ ਵੀ ਜਿਹੜੇ ਸਫਾਈ ਕਰਮਚਾਰੀ ਔਰ ਸੀਵਰ ਕਰਮਚਾਰੀ ਆ ਜਿਹੜੇ ਉਹ ਕੰਮ ਕਰਦੇ। ਇਹਨਾਂ ਦੀ ਆਦ ਲੱਖਾਂ 'ਚ ਹੋਏਗੀ। ਪਰ ਇਹ ਅੱਜ ਹਾਲਾਤ ਇਹ ਹੈ ਕਿ ਜਿਵੇਂ ਦੂਸਰੇ ਸਾਰੇ ਮਹਿਕਮੇ, ਦੂਸਰੇ ਸਾਰੇ ਅਦਾਰੇ ਸਰਕਾਰ ਨੇ ਪ੍ਰਾਈਵੇਟ ਹੱਥਾਂ 'ਚ ਦੇ ਦਿੱਤੇ ਨੇ, ਇਹ ਮਹਿਕਮਾ ਵੀ ਇਹਨਾਂ ਨੇ ਠੇਕੇਦਾਰਾਂ ਦੇ ਹਵਾਲੇ ਕਰ ਦਿੱਤਾ ਹੈ। ਹੁਣ ਠੇਕੇਦਾਰ, ਜੇ ਉਹਨੂੰ ਇਹ ਕਿਹਾ ਜਾਂਦਾ ਕਿ 100 ਬੰਦਾ ਤੂੰ ਕੰਮ ਤੇ ਲਾਉਣਾ ਹੈ, ਤਾਂ ਉਹ 150 ਬੰਦੇ ਦਾ ਮਸਟ ਰੋਲ ਬਣਾ ਕੇ ਉੱਤੋਂ ਪੇਮੈਂਟ ਲੈਂਦਾ ਹੈ। 50 ਬੰਦਿਆਂ ਦਾ ਉਹ ਬਾਰੋ ਬਾਰ ਹੀ ਹੜਪ ਕਰ ਜਾਂਦਾ। ਕਿੰਨੇ ਵੱਡੇ ਘਪਲੇ ਹੋਏ ਨੇ, ਇਹ ਲਿਸਟ ਦੇ ਉੱਤੇ ਨੇ, ਇਹ ਇਹਨਾਂ ਦੇ ਏਜੰਡੇ ਦੇ ਉੱਤੇ ਨੇ ਕਿ ਘਪਲੇ ਕਰਕੇ ਠੇਕੇਦਾਰ ਇਹਨਾਂ ਕਰਮਚਾਰੀਆਂ ਨੂੰ ਘੱਟ ਤੋਂ ਘੱਟ ਅਦਾਇਗੀ ਕਰਕੇ, ਘੱਟ ਤੋਂ ਘੱਟ ਪੇਮੈਂਟ ਕਰਕੇ ਵੱਧ ਤੋਂ ਵੱਧ ਲੁੱਟ ਹੈ ਜਿਹੜੀ ਉਹ ਕਰ ਰਹੇ ਨੇ। ਜੇ ਡੀਸੀ ਕਹਿਣਾ ਹੋਵੇ ਤਾਂ 10,800 ਕੀ ਤਨਖਾਹ ਹੈ, ਜੇ ਕੱਟ ਕਟਾ ਕੇ 8500 ਵੀ ਮਿਲਦਾ ਹੈ। ਇੱਕ ਲੇਡੀ ਜਿਹੜੀ ਆਪਣੇ ਘਰ ਦਾ ਕੰਮ ਕਾਰ ਨਹੀਂ ਕਰਦੀ, ਸਵੇਰੇ 5:30 ਵਜੇ ਉੱਠ ਕੇ 6 ਵਜੇ ਡਿਊਟੀ ਤੇ ਹਾਜ਼ਰ ਹੋ ਜਾਂਦੀ ਹੈ ਔਰ 6 ਵਜੇ ਤੋਂ ਲੈ ਕੇ 10 ਵਜੇ ਤੱਕ 4 ਘੰਟੇ ਕੰਮ ਕਰਦੀ ਹੈ। ਜਿੰਨਾ ਸਖਤ ਕਰਦੀ ਹੈ ਉਹਦੇ ਮੁਤਾਬਕ ਉਹਨੂੰ ਪੇਮੈਂਟ ਨਹੀਂ ਦੇ ਰਹੇ। ਸ਼ਹਿਰਾਂ ਦੀ ਗਿਣਤੀ ਵੱਧ ਰਹੀ ਹੈ, ਕਲੋਨੀਆਂ ਦੀ ਗਿਣਤੀ ਵੱਧ ਰਹੀ ਹੈ, ਖੇਤਰਫਲ ਵੱਧ ਰਿਹਾ ਹੈ, ਉਹਦੇ ਹਿਸਾਬ ਨਾਲ ਬੀਟਾਂ ਵੀ ਵੱਧ ਰਹੀਆਂ, ਕੰਮ ਦਾ ਬੋਝ ਵੀ ਵੱਧ ਰਿਹਾ, ਪਰ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ। ਜੇ ਨਵੀਂ ਭਰਤੀ ਨਹੀਂ ਕਰਨੀ ਤਾਂ ਜਿਹੜਾ ਸਫਾਈ ਕਰਮਚਾਰੀ 1 ਬੀਟ ਦਾ ਕੰਮ ਕਰ ਸਕਦਾ ਹੈ, ਉਹਨੂੰ ਤੁਸੀਂ 2 ਬੀਟਾਂ ਦਾ ਕੰਮ ਦਿਓਗੇ ਤਾਂ ਕੰਮ ਦੀ ਕੁਆਲਿਟੀ ਉਨੀ ਕੀ ਕ੍ਰੀਏਟ ਕਰੇਗਾ। ਇਸ ਗੱਲ ਦਾ ਕੋਈ ਧਿਆਨ ਨਹੀਂ ਹੈ। ਨਗਰ ਕੌਂਸਲਾਂ ਦੇ ਅੰਦਰ ਜਿੰਨੀ ਵਿਗਾੜ ਪੈਂਦੀ ਹੈ ਇਹਨਾਂ ਸਫਾਈ ਕਰਮਚਾਰੀਆਂ ਨੂੰ, ਨਗਰ ਕੌਂਸਲਾਂ ਦੇ ਘਰਾਂ 'ਚ ਕੰਮ ਕਰਨਾ, ਉਹਨਾਂ ਦੀਆਂ ਦੁਕਾਨਾਂ ਦੇ ਕੰਮ ਕਰਨਾ, ਜਿਹੜੇ ਸੰਬੰਧਿਤ ਅਫਸਰ ਨੇ, ਅਧਿਕਾਰੀ ਨੇ, ਉਹਨਾਂ ਦੇ ਘਰਾਂ 'ਚ ਕੰਮ ਕਰਨਾ, ਉਹਨਾਂ ਦੇ ਘਰਾਂ 'ਚ ਜਾ ਕੇ ਸਫਾਈ ਤੱਕ ਦਾ ਕੰਮ ਕਰਨਾ, ਕੱਪੜੇ ਧੋਣ ਤੱਕ ਦਾ ਕੰਮ ਕਰਨਾ, ਉਹਨਾਂ ਦੇ ਬੱਚਿਆਂ ਨੂੰ ਖਿਡਾਉਣਾ, ਉਹਨਾਂ ਦੇ ਬੱਚਿਆਂ ਨੂੰ ਸੰਭਾਲਣਾ, ਔਰ ਕਈ ਤਾਂ ਸਫਾਈ ਕਰਮਚਾਰੀ ਉਹਨਾਂ ਦੇ ਭਾਂਡੇ ਤੱਕ ਵੀ ਮੰਗਦੇ। ਇਸ ਕਿਸਮ ਦੀ ਵਿਗਾੜ ਜਿਹੜੀ ਕਿ ਜਾਗੀਰਦਾਰੀ ਯੁੱਗ ਹੁੰਦੀ ਸੀ, ਜੇ ਅੱਜ ਇਸ ਯੁੱਗ 'ਚ ਵੀ ਉਹਨਾਂ ਤੋਂ ਲਈ ਜਾ ਰਹੀ ਹੈ ਤਾਂ ਤੁਸੀਂ ਇਹ ਦੇਖੋ ਵੀ ਕਿਹੋ ਜਿਹੀ ਹਾਲਤ ਦੇ ਵਿੱਚ ਸਫਾਈ ਕੰਮ ਕਰਦੇ ਜੀ। ਇਹਨਾਂ ਪ੍ਰਤੀ ਜਿੰਨੀ ਜਾਤੀ ਨਫ਼ਰਤ ਹੈ, ਕਿਉਂਕਿ SC ਕਾਸਟ ਦੇ ਨਾਲ ਸੰਬੰਧਿਤ ਹੋਣ ਕਰਕੇ, ਮਜ਼ਹਬੀ ਵਰਗ ਨਾਲ ਸੰਬੰਧਿਤ ਹੋਣ ਕਰਕੇ, ਜਾਂ ਬਾਲਮੀਕੀ ਵਰਗ ਨਾਲ ਸੰਬੰਧਿਤ ਹੋਣ ਕਰਕੇ, ਇਹਨਾਂ ਪ੍ਰਤੀ ਜੋ ਜਾਤ ਨਫ਼ਰਤ ਹੈ, ਇਹ ਉਹੀ ਜਾਤ ਨਫ਼ਰਤ ਹੈ ਜੋ ਸਾਡੇ ਪਿੰਡਾਂ ਦੇ ਵਿੱਚ ਵਿਹੜੇ ਵਾਲੇ ਮਜ਼ਦੂਰਾਂ ਪ੍ਰਤੀ, ਵੱਡੇ ਧਨਾਢਾਂ ਦੀ ਜਾਂ ਵੱਡੇ ਜ਼ਿਮੀਂਦਾਰਾਂ ਦੀ ਹੈ। ਉਹ ਨਫ਼ਰਤ ਇੱਥੇ ਵੀ ਹੈ। ਹਾਲਾਂਕਿ ਸ਼ਹੀਦ ਭਗਤ ਸਿੰਘ ਨੇ ਜਦੋਂ ਜੇਲ੍ਹ ਕੱਟੀ ਹੈ ਤਾਂ ਉਹਦੇ ਜੇਲ੍ਹ ਦੀ ਕੋਠਰੀ ਦੇ ਵਿੱਚ ਸਫਾਈ ਕਰਨ ਵਾਲਾ ਜਿਹੜਾ ਬੋਗਾ ਸੀ ਜਮਾਦਾਰ, ਉਹਨੇ ਆਪਣੀ ਮਾਂ ਦਾ ਰੁਤਬਾ ਦਿੱਤਾ ਸੀ। ਉਹ ਬੋਗੇ ਨਾਂ ਦਾ ਜਮਾਦਾਰ ਸੀ ਜਿਹੜਾ ਸਫਾਈ ਕਰਮਚਾਰੀ ਸੀ, ਉਹ ਡਰਦਾ ਸੀ ਭਗਤ ਸਿੰਘ ਤੋਂ ਵੀ ਪਤਾ ਨਹੀਂ ਮੈਨੂੰ ਗੋਲੀ ਮਾਰ, ਉਹਦਾ ਨਕਸ਼ਾ ਇਹ ਬਣਿਆ ਸੀ ਵੀ ਇਹ ਗੋਲੀ ਮਾਰਨ ਵਾਲਾ ਹੈ ਜਾਂ ਇਹ ਕਿਸੇ ਨੂੰ ਵੀ ਮਾਰ ਸਕਦਾ ਹੈ। ਤਾਂ ਭਗਤ ਸਿੰਘ ਨੇ ਉਹਨੂੰ ਕਿਹਾ ਸੀ ਕਿ ਬੋਗੇ ਤੂੰ ਮੇਰੇ ਲਈ
ਰੱਬ ਦਾ ਰੂਪ ਹੈ, ਮਾਂ ਦਾ ਰੂਪ ਹੈ। ਕਿਉਂਕਿ ਛੋਟੇ ਹੁੰਦਿਆਂ ਮੇਰੀ ਮਾਂ ਮੇਰੀ ਸਫਾਈ ਕਰਦੀ ਸੀ, ਤੇ ਹੁਣ ਜਦੋਂ ਮੈਂ ਕੋਠਰੀ 'ਚ ਮੰਨਦਾ ਤਾਂ ਤੂੰ ਆ ਕੇ ਮੇਰੀ ਸਫਾਈ ਕਰਦਾ ਹੈ। ਤੇਰਾ ਉਹੀ ਰੁਤਬਾ ਹੈ ਜਿਹੜਾ ਮੇਰੀ ਮਾਂ ਦਾ ਰੁਤਬਾ ਹੈ। ਤਾਂ ਉਹਨੇ ਬੋਗੇ ਨਾਂ ਦੇ ਉਸ ਸਫਾਈ ਕਰਮਚਾਰੀ ਨੂੰ ਆਪਣੀ ਬੇਬੇ ਮੰਨਿਆ ਸੀ ਤੇ ਉਹਨੂੰ ਬੇਬੇ ਕਹਿ ਕੇ ਬੁਲਾਉਂਦਾ ਸੀ। ਤੇ ਫਾਂਸੀ ਚੜ੍ਹਨ ਤੋਂ ਇੱਕ ਦਿਨ ਪਹਿਲਾਂ ਉਹਨੇ ਕਿਹਾ ਸੀ, ਬੇਬੇ ਮੈਂ ਤੇਰੇ ਹੱਥ ਦੀਆਂ ਰੋਟੀਆਂ ਖਾਣੀਆਂ। ਤੇ ਉਸ ਬੋਗੇ ਨਾਂ ਦੇ ਸਫਾਈ ਕਰਮਚਾਰੀ ਨੇ ਕਿਹਾ ਸੀ ਕਿ ਜੇ ਮੈਂ ਤੈਨੂੰ ਰੋਟੀ ਲਿਆ ਕੇ ਦਿੱਤੀ ਤਾਂ ਪਿੱਟ ਨਹੀਂ ਜਾਏਗਾ ਤੂੰ? ਤਾਂ ਉਹਨੇ ਕਿਹਾ ਸੀ, ਨਹੀਂ ਮੈਂ ਪਿੱਟਾਂਗਾ ਨਹੀਂ, ਮੈਂ ਤਾਂ ਆਪਣੀ ਮਾਂ ਦੀਆਂ ਹੱਥਾਂ ਦੀਆਂ ਰੋਟੀਆਂ ਖਾਣੀਆਂ। ਤੇ ਜਿਸ ਦਿਨ ਭਗਤ ਸਿੰਘ ਨੂੰ ਫਾਂਸੀ ਲੱਗਣੀ ਸੀ 24 ਮਾਰਚ ਨੂੰ, ਸਰਕਾਰ ਨੇ ਲੋਕਾਂ ਦੇ ਗੁੱਸੇ ਤੋਂ ਡਰਦਿਆਂ 23 ਮਾਰਚ ਕਰ ਦਿੱਤੀ ਸੀ। ਤੇ 23 ਮਾਰਚ ਨੂੰ ਭਗਤ ਸਿੰਘ ਨੇ ਉਹਨੂੰ ਕਿਹਾ ਕਿ ਰੋਟੀਆਂ ਲੈ ਕੇ ਆਈ, ਸਵੇਰੇ ਜਾ ਚਾਰ ਦੇ ਨਾਲ ਬੰਨ ਕੇ ਲੈ ਕੇ ਆਈ। ਤੇ ਅਗਲੇ ਦਿਨ ਜਦੋਂ ਬੋਗਾ ਬੰਨ ਕੇ ਲੈ ਕੇ ਆਇਆ ਤਾਂ ਕਿਉਂਕਿ 24 ਮਾਰਚ ਨੂੰ ਫਾਂਸੀ ਲੱਗਣਾ ਸੀ, ਉਹ 23 ਦਾ ਦਿਨ ਸੀ, ਪਰ 23 ਨੂੰ ਹੀ ਉਹਨੂੰ ਫਾਂਸੀ ਤੇ ਜਾ ਕੇ ਚਾੜ ਦਿੱਤਾ ਗਿਆ ਸੀ। ਤੇ ਉਹ ਸਫਾਈ ਕਰਮਚਾਰੀ ਬੋਗਾ ਪੂਰਾ ਚੀਕਾਂ ਮਾਰ ਕੇ ਦਹੱਥੜ ਮਾਰ ਕੇ ਰੋਇਆ ਸੀ। ਯਾਨੀ ਭਗਤ ਸਿੰਘ ਨੇ ਜੋ ਰੁਤਬਾ ਸਾਡੇ ਸਫਾਈ ਕਰਮਚਾਰੀਆਂ ਨੂੰ ਦਿੱਤਾ, ਅੱਜ ਸਾਡੇ ਸਮਾਜ 'ਚ ਕਿਹੜਾ ਵਰਗ ਦੇ ਰਿਹਾ ਉਹਨਾਂ ਨੂੰ, ਕਿਹੜਾ ਮਾਨ ਸਨਮਾਨ ਦੇ ਰਿਹਾ, ਕਿਹੜਾ ਉਹਨਾਂ ਦੀਆਂ ਲੋੜਾਂ ਪੂਰਤੀ ਦੀ ਗੱਲ ਕਰਦਾ? ਅੱਜ 1 ਮਹੀਨੇ ਤੋਂ ਸਾਰੇ ਪੰਜਾਬ ਦੇ ਅੰਦਰ ਸਫਾਈ ਨਹੀਂ ਹੋ ਰਹੀ। ਸਮਾਜ ਦਾ ਕਿਹੜਾ ਵਰਗ ਉੱਠਿਆ ਉਹਨਾਂ ਦੇ ਹੱਕ 'ਚ? ਕੋਈ ਨਹੀਂ ਉੱਠਿਆ। ਖਿਜੀ ਜਾਣਗੇ, ਖਪੀ ਜਾਣਗੇ, ਘਰਾਂ ਦੇ ਢੇਰ ਲੱਗੇ ਹੋਏ ਨੇ, ਬਦਬੂ ਮਾਰ ਰਹੇ ਨੇ, ਸਫਾਈ ਨੇ, ਸੀਵਰੇਜ ਬੰਦ ਪਏ ਨੇ, ਸੜਕਾਂ ਨਾਲੀਆਂ ਤੇ ਗੰਦਗੀ ਜਿਹੜੀ ਹੈ ਖਿਲਰ ਰਹੀ ਹੈ, ਪਰ ਕੋਈ ਵੀ ਤਬਕਾ ਸਮਾਜ ਦਾ ਉਹਨਾਂ ਦੇ ਹੱਕ ਦੇ ਵਿੱਚ ਸੜਕਾਂ ਤੇ ਆਇਆ ਹੋਵੇ। ਅਸੀਂ ਉਹਨਾਂ ਦਾ ਸਮਰਥਨ ਕਰ ਰਹੇ ਹਾਂ। ਸਮਰਥਨ ਇਸ ਕਰਕੇ ਕਰ ਰਹੇ ਹਾਂ ਕਿ ਸਮਾਜ ਦਾ ਸਭ ਤੋਂ ਦੱਬਿਆ ਕੁਚਲਿਆ ਜਾਤੀ ਨਫ਼ਰਤ ਦਾ ਸ਼ਿਕਾਰ ਇਹ ਵਰਗ, ਜਿਹਨੂੰ ਸਦੀਆਂ ਤੋਂ ਲੁਟਾੜਿਆ ਜਾ ਰਿਹਾ ਹੈ, ਜੇ ਅੱਜ ਇਹ ਕੰਮ ਤੋਂ ਜਵਾਬ ਦੇ ਜਾਏ ਤਾਂ ਸਾਡੇ ਸਮਾਜ ਦਾ, ਸਾਡੇ ਸ਼ਹਿਰਾਂ ਦਾ, ਸਾਡੇ ਸੜਕਾਂ ਦਾ, ਸਾਡੀਆਂ ਕਲੋਨੀਆਂ ਦਾ, ਮੁਹੱਲਿਆਂ ਦਾ ਜੋ ਹਾਲ ਹੋਏਗਾ, ਜੋ 1 ਮਹੀਨੇ 'ਚ ਹੋਇਆ ਹੈ, ਤਾਂ ਇਹ ਵੱਧ ਤੋਂ ਬਦਤਰ। ਇਸ ਕਰਕੇ ਅਸੀਂ ਸਮਝਦੇ ਹਾਂ ਕਿ ਸਫਾਈ ਦੀ ਇੱਕ ਨਵੀਂ ਤਕਨੀਕ ਪੰਜਾਬ ਸਰਕਾਰ ਨੂੰ ਵਿਕਸਿਤ ਕਰਨੀ ਚਾਹੀਦੀ ਹੈ ਤਾਂ ਕਿ ਇਹ ਵੀ ਸੁਰੱਖਿਅਤ ਰਹਿ ਸਕਣ ਸਿਹਤ ਪੱਖੋਂ ਸਫਾਈ ਕਰਮਚਾਰੀ। ਇਹ ਠੇਕਾ ਪ੍ਰਥਾ ਖਤਮ ਕਰਨੀ ਚਾਹੀਦੀ ਹੈ। ਸਫਾਈ ਕਾਮੇ ਪੱਕੇ ਤੌਰ ਤੇ ਭਰਤੀ ਕਰਨੇ ਚਾਹੀਦੇ ਨੇ, ਉਹਨਾਂ ਨੂੰ ਪੂਰੇ ਵੇਜੇਜ ਦੇਣੀਆਂ ਚਾਹੀਦੀਆਂ, ਪੂਰੀ ਤਨਖਾਹ ਦੇਣੀ ਚਾਹੀਦੀ ਹੈ। ਜਿਹੜਾ ਉਹਨਾਂ ਦੇ ਨਾਲ ਜਾਤੀ ਵਿਤਕਰਾ ਹੁੰਦਾ ਉਹ ਬੰਦ ਹੋਣਾ ਚਾਹੀਦਾ। ਉਹਨਾਂ ਨੂੰ ਪੂਰੀਆਂ ਸਹੂਲਤਾਂ ਜੋ ਵੀ ਇੱਕ ਪੱਕੇ ਕਰਮਚਾਰੀ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਦੇਣੀਆਂ ਚਾਹੀਦੀਆਂ, ਮਿਲਣੀਆਂ ਚਾਹੀਦੀਆਂ, ਉਹ ਦਿੱਤੀਆਂ ਜਾਣੀਆਂ ਚਾਹੀਦੀਆਂ। ਉਹ ਮੰਗ ਕਰਦੇ ਨੇ ਕਿ ਸਾਡਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ, ਉਹ ਮੰਗ ਕਰਦੇ ਨੇ ਕਿ ਸਾਨੂੰ ਹਰ ਮਹੀਨੇ ਸਮੇਂ ਸਿਰ ਤਨਖਾਹ ਦਿੱਤੀ ਜਾਵੇ, ਉਹ ਮੰਗ ਕਰਦੇ ਨੇ ਕਿ ਸਾਡੇ ਮਿਊਨਿਸਪੈਲਿਟੀਜ਼ ਦੇ ਅੰਦਰ, ਨਗਰ ਨਿਗਮਾਂ, ਕੌਂਸਲਾਂ ਜਾਂ ਨਗਰ ਪੰਚਾਇਤਾਂ ਦੇ ਅੰਦਰ ਜਿੰਨੇ ਵੀ ਕੰਮ ਕਰ ਰਹੇ ਨੇ ਉਹ ਕੱਚੇ ਕਾਮੇ ਨੇ, ਉਹਨਾਂ ਦੀ ਬਹੁਤ ਜ਼ਿਆਦਾ ਲੁੱਟ ਹੁੰਦੀ ਹੈ, ਉਹਨਾਂ ਨੂੰ ਪੱਕੇ ਤੌਰ ਤੇ ਭਰਤੀ ਕੀਤਾ ਜਾਵੇ ਔਰ ਸਾਰੇ ਸੇਵਾ ਨਿਯਮ ਹੈ ਜਿਹੜੇ ਸਰਕਾਰ ਦੇ ਉਹਨਾਂ ਤੇ ਲਾਗੂ ਕੀਤੇ ਜਾਣ। ਉਹ ਇਹ ਚਾਹੁੰਦੇ ਨੇ ਕਿ ਵਗਾਰਾਂ ਖਤਮ ਹੋਣ, ਉਹ ਇਹ ਚਾਹੁੰਦੇ ਨੇ ਕਿ ਸਾਡੇ ਨਾਲ ਵਿਤਕਰਾ ਖਤਮ ਹੋਵੇ, ਉਹ ਇਹ ਚਾਹੁੰਦੇ ਨੇ ਕਿ ਸਾਨੂੰ ਹਰ ਕਿਸਮ ਦੀ ਸਹੂਲਤ ਮਿਲੇ ਜਿਹਦੇ ਨਾਲ ਸਾਡੀ ਸਿਹਤ ਹੈ ਜਿਹੜੀ ਉਹ ਸੁਰੱਖਿਅਤ ਰਹੇ, ਸਾਨੂੰ ਬਕਾਇਦਾ ਕਿੱਟਾਂ ਮਿਲਣ, ਸਾਡੇ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਸਾਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਸੋ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਸਮਾਜ ਦਾ ਸਭ ਤੋਂ ਹੇਠਲਾ ਤਬਕਾ ਸੰਘਰਸ਼ ਕਰ ਰਿਹਾ ਹੈ, ਸਾਡੇ ਦੇਸ਼ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਇਹਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ, ਇਹਨਾਂ ਦੇ ਹੱਕ 'ਚ ਖੜਨਾ ਚਾਹੀਦਾ ਹੈ, ਕਿਉਂਕਿ ਜੇ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਇਹ ਵਰਗ ਕਾਂਗਰਸ ਦਾ ਵੋਟ ਬੈਂਕ ਹੈ। ਕਾਂਗਰਸ ਇਸ ਵੇਲੇ ਹਕੂਮਤ 'ਚ ਹੈ, ਇਹਦਾ ਚਾਹੀਦਾ ਸੀ ਕਿ 1-2 ਦਿਨਾਂ ਦੇ ਵਿੱਚ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ। ਵੋਟ ਬੈਂਕ ਉਹਨਾਂ ਦਾ, ਔਰ ਜਿੰਨੀਆਂ ਵੀ ਐਗਜ਼ਿਸਟਿੰਗ ਸਫਾਈ ਸੇਵਕਾਂ ਦੀਆਂ, ਕਰਮਚਾਰੀਆਂ ਦੀਆਂ ਟ੍ਰੇਡ ਯੂਨੀਅਨਸ ਨੇ, ਉਹ ਵੀ ਇੰਟਕ ਨਾਲ ਕਾਂਗਰਸ ਨਾਲ ਸੰਬੰਧਿਤ ਨੇ। ਪਰ ਤੁਸੀਂ ਹੈਰਾਨ ਹੋਵੋਗੇ ਕਿ ਕੋਈ ਐਮਐਲਏ, ਕੋਈ ਐਮਪੀ, ਕੋਈ ਮਿਨਿਸਟਰ, ਕੋਈ ਕਾਂਗਰਸ ਪਾਰਟੀ ਦਾ ਲੀਡਰ ਇਹਨਾਂ ਦੇ ਹੱਕ 'ਚ ਨਹੀਂ ਬੋਲਿਆ। ਮਤਲਬ ਕਿ ਦੂਜੇ ਲੋਕਾਂ ਵਾਂਗ ਇਹ ਸਫਾਈ ਕਾਮੇ ਵੀ ਮਹਿਜ ਉਹਨਾਂ ਲਈ ਵੋਟ ਨੇ ਜੀ, ਉਹਨਾਂ ਦੇ ਜਿਉਂਦੇ ਜਾਗਦੇ ਮਨੁੱਖ ਨਹੀਂ ਹੈ, ਉਹਨਾਂ ਲਈ ਇਸ ਦੇਸ਼ ਦੇ ਸਨਮਾਨਯੋਗ ਨਾਗਰਿਕ ਨਹੀਂ ਹੈ। ਉਹ ਤਾਂ ਸਿਰਫ ਉਹੀ ਨੇ ਜੋ ਅਸੀਂ ਕਈ ਵਾਰੀ ਗੁੱਸੇ ਦੇ ਵਿੱਚ ਇਹਨਾਂ ਪ੍ਰਤੀ ਸ਼ਬਦ ਵਰਤਦੇ ਹਾਂ, ਜਿਹੜੇ ਕਿ ਵਰਤਣੇ ਨਹੀਂ ਚਾਹੀਦੇ, ਸਾਡੀ ਜੀਭ ਤੇ ਆਉਣੇ ਨਹੀਂ ਚਾਹੀਦੇ, ਸਾਡੀ ਸੋਚ ਦਾ, ਕਿਉਂਕਿ ਸਦੀਆਂ ਤੋਂ ਹਿੱਸਾ ਬਣੇ ਹੋਏ ਨੇ। ਮਨੂ ਸਮ੍ਰਿਤੀ ਨੇ ਵਰਨ ਵਿਵਸਥਾ ਬਣਾਈ
ਜਿਹਦੇ ਵਿੱਚ ਇਹਨਾਂ ਨੂੰ ਸ਼ੂਦਰ ਕਿਹਾ ਗਿਆ। ਇਹ ਸ਼ੂਦਰਾਂ ਨੂੰ ਅੱਜ ਸਮਾਜ ਦੇ ਅੰਦਰ ਜਿਹੜਾ ਮਾਨ ਸਨਮਾਨ ਨਹੀਂ ਮਿਲਿਆ, ਇਹਦਾ ਕਾਰਨ ਇਹ ਹੈ ਕਿ ਜਿਹੜੀਆਂ ਸਵਰਨ ਜਾਤਾਂ ਨੇ, ਜਿਹੜੇ ਉੱਪਰਲੇ ਲੋਕ ਨੇ, ਉਹ ਇਹਨਾਂ ਨੂੰ ਉੱਪਰ ਉੱਠ ਕੇ ਆਉਣ ਹੀ ਨਹੀਂ ਦੇਣਾ ਚਾਹੁੰਦੇ। ਜੇ ਰਿਜ਼ਰਵੇਸ਼ਨ ਦਾ ਹੱਕ ਵੀ ਦਿੱਤਾ ਹੈ ਤਾਂ ਰਿਜ਼ਰਵੇਸ਼ਨ ਦਾ ਹੱਕ ਵੀ ਚੰਦ ਲੋਕਾਂ ਨੂੰ ਮਿਲਿਆ ਹੈ। ਇੱਕ ਕ੍ਰੀਮੀ ਲੇਅਰ ਬਣ ਗਈ ਜਿਨ੍ਹਾਂ ਨੇ ਇਹਦਾ ਫਾਇਦਾ ਲੈ ਲਿਆ। ਪਰ 80-90% ਲੋਕ ਅੱਜ ਵੀ ਜਿਨ੍ਹਾਂ ਹਾਲਤਾਂ 'ਚ ਕੰਮ ਕਰਦੇ ਨੇ, ਇਹਨਾਂ ਸਫਾਈ ਕਾਮਿਆਂ ਦੀਆਂ ਘਰਾਂ ਵਾਲੀਆਂ 1500-1500 ਰੁਪਏ ਤੇ 700 ਰੁਪਏ ਤੇ ਲੋਕਾਂ ਦੇ ਘਰਾਂ 'ਚ ਸਫਾਈ ਕਰਦੀਆਂ, ਪੋਚੇ ਲਾਉਂਦੀਆਂ, ਭਾਂਡੇ ਮਾਂਜਦੀਆਂ, ਉਹਨਾਂ ਦੇ ਕੱਪੜੇ ਧੋਂਦੀਆਂ। ਕਿਉਂ? ਕਿਉਂਕਿ 5-7 ਜੀਆਂ ਦਾ ਟੱਬਰ ਪਾਲਣਾ ਹੁੰਦਾ, 2400 ਰੁਪਏ 'ਚ ਗੁਜ਼ਾਰਾ ਨਹੀਂ ਹੁੰਦਾ। ਹੁਣ ਉਹ 2400 ਰੁਪਈਆ ਤੇ ਕਈ ਵਾਰੀ ਜੇ ਬੰਦਾ ਕੰਮ ਕਰਦਾ ਤਾਂ ਉਹਦੀ ਘਰ ਵਾਲੀ ਵੀ ਨਾਲ ਆ ਕੇ ਕੰਮ ਕਰਾਉਂਦੀ ਹੈ ਤਾਂ ਕਿ ਉਹ ਜਲਦੀ ਵਿਹਲੇ ਹੋ ਜਾਣ ਤੇ ਕੋਈ ਹੋਰ ਕੰਮ ਕਰ ਸਕੇ। ਯਾਨੀ ਇਹੋ ਜਿਹੀ ਮਾੜੀ ਅਵਸਥਾ ਦੇ ਵਿੱਚ ਜਦੋਂ ਸਫਾਈ ਕਰਮਚਾਰੀ ਲੰਘ ਰਹੇ ਹੈ ਤਾਂ ਮੈਨੂੰ ਇਹ ਲੱਗਦਾ ਹੈ, ਸਾਨੂੰ ਇਹ ਲੱਗਦਾ ਹੈ ਕਿ ਜਿੱਦਾਂ ਸਰਕਾਰਾਂ ਦਾ ਜੋ ਹਾਲ ਹੈ, ਕਿਸਾਨ 9 ਮਹੀਨੇ ਤੋਂ ਬੈਠੇ ਨੇ, 6 ਮਹੀਨੇ ਤੋਂ ਬੈਠੇ ਨੇ। ਇੱਕ ਬੇਰੁਜ਼ਗਾਰ ਨੌਜਵਾਨ 80 ਦਿਨਾਂ ਤੋਂ ਪਾਣੀ ਵਾਲੀ ਟੈਂਕੀ ਤੇ ਚੜਿਆ ਬੈਠਾ ਹੈ। ਉਹਨੂੰ ਮੋਤੀ ਮਹਿਲ ਤਾਂ ਦਿਸਦਾ ਹੈ, ਪਰ ਮੋਤੀ ਮਹਿਲ ਵਾਲਿਆਂ ਨੂੰ ਟੈਂਕੀ ਤੇ ਬੈਠਾ ਉਹ ਨੌਜਵਾਨ ਨਹੀਂ ਦਿਸ ਰਿਹਾ। ਤਾਂ ਇਸ ਤੋਂ ਵੱਡੀ ਤਰਸਯੋਗ ਹਾਲਤ ਇਸ ਮੁਲਕ ਦੀ ਕੀ ਹੋ ਸਕਦੀ ਹੈ? ਕਰੋਨਾ ਦੇ ਅੰਦਰ ਜਿੰਨੇ ਲੋਕ ਮਰ ਗਏ, ਅੱਜ ਮੈਂ ਇੱਕ ਸੰਸਕਾਰ ਤੇ ਗਿਆ, ਹਿੰਦੂ ਪਰਿਵਾਰ ਸੀ, ਉਹ ਉਹਦੀਆਂ ਪੂਰੀਆਂ ਰਸਮਾਂ ਕਰ ਰਹੇ ਸੀ, ਪੂਰੇ ਦੀਵੇ ਬੱਤੀ ਜਗਾ ਕੇ, ਪੂਰਾ ਪੂਜਾ ਪਾਠ ਕਰਕੇ, ਜਨੇਊ ਪਾ ਕੇ ਸਾਰਾ ਕੁਝ ਕਰ ਰਹੇ ਸੀ। ਤੇ ਮੈਂ ਆਪਣੇ ਇੱਕ ਦੋਸਤ ਨੂੰ ਸਵਾਲ ਕਰ ਬੈਠਾ ਕਿ ਜਿਹੜੇ ਕਰੋਨਾ ਦੇ ਵਿੱਚ ਮਰੇ ਹੈ ਤੇ ਜਿਨ੍ਹਾਂ ਦੀਆਂ ਲਾਸ਼ਾਂ ਦਰਿਆਵਾਂ ਦੇ ਵਿੱਚ ਸੁੱਟ ਦਿੱਤੀਆਂ ਗਈਆਂ, ਜਿਨ੍ਹਾਂ ਦੀਆਂ ਲਾਸ਼ਾਂ ਗੰਗਾ ਦੇ ਕੰਢੇ ਤੇ ਦੱਬ ਦਿੱਤੀਆਂ ਗਈਆਂ, ਉਹਨਾਂ ਦਾ ਕਿਰਿਆਕਰਮ ਜਾਂ ਪੂਜਾ ਪਾਠ ਕਿਉਂ ਨਹੀਂ ਕਰਨਾ? ਯਾਨੀ ਮਰ ਵੀ ਗਏ ਲੋਕ, ਪਰ ਮਰਨ ਤੋਂ ਬਾਅਦ ਜੋ ਹਾਲਾਤ ਦੇ ਵਿੱਚੋਂ ਪਰਿਵਾਰ ਲੰਘ ਰਿਹਾ ਹੈ, ਜਿਸ ਕਿਸਮ ਦੀ ਸਥਿਤੀ ਹੈ ਪੂਰੇ ਦੇਸ਼ ਦੇ ਅੰਦਰ, ਅੱਜ ਸਿਰਫ 140 ਕਰੋੜ ਲੋਕਾਂ ਚੋਂ 20 ਕਰੋੜ ਲੋਕਾਂ ਨੂੰ ਵੈਕਸੀਨ ਦਾ ਟੀਕਾ ਲੱਗਿਆ ਹੈ ਤੇ ਸੁਪਰੀਮ ਕੋਰਟ ਦਾ ਦਖਲ ਆਇਆ ਹੈ। ਸੁਪਰੀਮ ਕੋਰਟ ਨੇ ਜਦੋਂ ਝਾੜ ਮਾਰੀ ਹੈ ਤਾਂ ਇਹੀ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਹੈ ਕਿ ਰਾਜ ਸਰਕਾਰਾਂ ਵੈਕਸੀਨੇਸ਼ਨ ਦਾ ਪ੍ਰਬੰਧ ਕਰਨ, ਤੇ ਜਦੋਂ ਰਾਜ ਸਰਕਾਰਾਂ ਟੈਂਡਰ ਲਾਉਂਦੀਆਂ ਤਾਂ ਉਹ ਟੈਂਡਰ ਰੋਕ ਦਿੱਤੇ ਜਾਂਦੇ ਆ। ਤੇ ਜਦੋਂ ਸੁਪਰੀਮ ਕੋਰਟ ਕਹਿੰਦੀ ਹੈ ਨਹੀਂ ਤੁਸੀਂ ਦੱਸੋ, ਹਿਸਾਬ ਦਿਓ, ਫਿਰ 35,000 ਕਰੋੜ ਰੁਪਇਆ ਕਿੱਥੇ ਗਿਆ? ਤੇ ਫਿਰ ਪ੍ਰਧਾਨ ਮੰਤਰੀ ਨੂੰ ਮਨ ਕੀ ਬਾਤ 'ਚ ਟੀਵੀ ਤੇ ਆ ਕੇ ਕਹਿਣਾ ਪੈਂਦਾ ਨਹੀਂ ਹੁਣ ਅਸੀਂ ਵੈਕਸੀਨੇਸ਼ਨ ਕਰਾਂਗੇ, ਹੁਣ ਅਸੀਂ ਪੂਰਾ ਇਲਾਜ ਕਰਾਂਗੇ। ਕੈਸਾ ਡਫਾਂਗ ਹੈ, ਕੈਸਾ ਪਖੰਡ ਹੈ, ਕੈਸਾ ਲੋਕਾਂ ਦੇ ਨਾਲ ਮਜ਼ਾਕ ਹੈ। ਇਹ ਸਿਸਟਮ ਅਸਲ 'ਚ ਜਿੰਨਾ ਗਲ ਸੜ ਚੁੱਕਿਆ ਹੈ, ਜਿਹੜਾ ਕਿਸਾਨਾਂ ਦੀ ਬਾਤ ਨਹੀਂ ਪੁੱਛ ਰਿਹਾ, ਜਿਹੜਾ ਬੇਰੁਜ਼ਗਾਰ ਨੌਜਵਾਨਾਂ ਦੀ ਬਾਤ ਨਹੀਂ ਪੁੱਛ ਰਿਹਾ, ਜਿਹੜਾ ਸਮਾਜ ਦੇ ਕਿਸੇ ਵੀ ਤਬਕੇ ਦੀ ਗੱਲ ਨਹੀਂ ਪੁੱਛ ਰਿਹਾ, ਤਾਂ ਮੈਨੂੰ ਇਹ ਲੱਗਦਾ ਕਿ ਸਫਾਈ ਕਾਮੇ ਜਿਹੜੇ ਸਭ ਤੋਂ ਘੱਟ ਸੂਝਵਾਨ ਨੇ, ਸਭ ਤੋਂ ਵੱਧ ਦਬਾਏ ਹੋਏ ਨੇ, ਸਭ ਤੋਂ ਵੱਧ ਜਾਤ ਨਫ਼ਰਤ ਦਾ ਸ਼ਿਕਾਰ ਨੇ, ਉਹਨਾਂ ਦੀ ਗੱਲ ਇਸ ਸਿਸਟਮ ਦੇ ਅੰਦਰ ਮੌਜੂਦਾ ਕਾਂਗਰਸ ਸਰਕਾਰ ਸੁਣੂਗੀ ਜਾਂ ਮੋਦੀ ਦੀ ਹਕੂਮਤ ਸੁਣੂਗੀ, ਇਸ ਗੱਲ ਦਾ ਕੋਈ ਲੱਗਦਾ ਨਹੀਂ ਹੈ, ਭਰੋਸਾ ਨਹੀਂ ਹੈ। ਪਰ ਫਿਰ ਵੀ ਕਿਉਂਕਿ ਸਫਾਈ ਕਾਮੇ ਲੜ ਰਹੇ ਨੇ, ਅੱਜ ਉਹ ਇਕੱਠੇ ਹੋ ਕੇ ਪਟਿਆਲੇ ਗਏ ਨੇ, ਉਹਨਾਂ ਨੇ ਮੋਤੀ ਮਹਿਲ ਘੇਰਿਆ, ਉੱਥੇ ਉਹਨਾਂ ਨੇ ਤਕੜਾ ਮੁਜ਼ਾਹਰਾ ਕੀਤਾ ਔਰ ਇਹਨਾਂ ਬੋਲੇ ਕੰਨਾਂ ਨੂੰ ਆਪਣੀ ਗੱਲ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਆਪਾਂ ਸਾਰਿਆਂ ਜਿਹੜੇ ਵੀ ਮੇਰੀ ਇਹ ਗੱਲ ਸੁਣ ਰਹੇ ਹੈ, ਜਿਨ੍ਹਾਂ ਦੇ ਵੀ ਦਿਮਾਗ ਦੇ ਅੰਦਰ ਇਸ ਤਬਕੇ ਪ੍ਰਤੀ ਕੋਈ ਹਮਦਰਦੀ ਦੀ ਭਾਵਨਾ ਹੈ, ਜਾਂ ਚਿੰਤਨਸ਼ੀਲ ਨੇ, ਜਾਂ ਸਮਾਜ ਦਾ ਫਿਕਰ ਕਰਦੇ ਨੇ, ਜਾਂ ਸਮਾਜ ਦਾ ਕੋਈ ਸਰੋਕਾਰ ਉਹਨਾਂ ਨੂੰ ਹੈ, ਤਾਂ ਮੈਨੂੰ ਇਹ ਲੱਗਦਾ ਕਿ ਕਿਸਾਨਾਂ ਦੀ ਹਮਾਇਤ ਆਪਾਂ ਕਰ ਹੀ ਰਹੇ ਹਾਂ, ਹਰ ਬੰਦਾ ਹੀ ਕਰ ਰਿਹਾ ਪੰਜਾਬ ਦੇ ਅੰਦਰ, ਦੇਸ਼ ਦੇ ਅੰਦਰ। ਪਰ ਇਹ ਸਭ ਤੋਂ ਦੱਬਿਆ ਕੁਚਲਿਆ ਵਰਗ ਹੈ ਜਿਹੜਾ ਸਭ ਤੋਂ ਵੱਧ ਸਤਾਇਆ ਹੋਇਆ ਹੈ, ਸਭ ਤੋਂ ਵੱਧ ਜਿਨ੍ਹਾਂ ਕੋਲ ਨਾ ਮਾਤਰ ਸਹੂਲਤਾਂ ਨੇ, ਨਾ ਮਾਤਰ ਜ਼ਿੰਦਗੀ ਦੇ ਸਾਧਨ ਨੇ, ਉਹਨਾਂ ਦੇ ਹੱਕ 'ਚ ਵੀ ਖੜਨਾ ਚਾਹੀਦਾ ਹੈ। ਔਰ ਕਿਸਾਨ ਮੋਰਚੇ ਨੇ ਇਹਨਾਂ ਦੇ ਹੱਕ 'ਚ ਇੱਕ ਦਿਨ ਪੂਰਾ ਸਮਰਪਿਤ ਕੀਤਾ ਸੀ ਕਿ ਪੰਜਾਬ ਦੇ ਸਫਾਈ ਕਾਮਿਆਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣ। ਤੇ ਅਸੀਂ ਚਾਹਾਂਗੇ ਕਿ ਪੰਜਾਬ ਦੀਆਂ, ਦੇਸ਼ ਦੀਆਂ ਸਾਰੀਆਂ ਹੀ ਇਨਸਾਫ ਪਸੰਦ, ਜਮਹੂਰੀਅਤ ਪਸੰਦ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਜਿਹੜੇ ਨਾਗਰਿਕ ਨੇ, ਉਹ ਇਹਨਾਂ ਸਫਾਈ ਕਾਮਿਆਂ ਦੇ ਹੱਕ ਦੇ ਵਿੱਚ ਬੋਲਣ ਤਾਂ ਕਿ ਇਹਨਾਂ ਦੀਆਂ ਮੰਗਾਂ ਜਲਦੀ ਮੰਨੀਆਂ ਜਾ ਸਕਣ। ਜੀ, ਆਪਾਂ ਇੱਥੇ ਗੱਲ ਕੀਤੀ ਸੀ ਜਾਤੀ ਸੂਚਕ ਸ਼ਬਦਾਂ ਦੀ, ਜਾਤੀ ਵਿਤਕਰੇ ਦੀ ਗੱਲ ਕੀਤੀ ਸੀ। ਇੱਥੇ ਗੱਲ ਸਾਫ਼ ਕਰ ਦਈਏ ਕਿ ਅਸੀਂ ਕਿਸੇ ਵੀ ਗੱਲ ਨੂੰ ਬੜਾਵਾ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਸਾਡੀ ਸਿਰਫ ਇਹੀ ਕੋਸ਼ਿਸ਼ ਹੈ ਕਿ ਜਿਹੜਾ ਦੱਬਿਆ ਕੁਚਲਿਆ ਵਰਗ ਹੈ ਉਸਨੂੰ ਵੀ ਸਮਾਜ ਦੇ ਵਿੱਚ ਬਣਦਾ ਅਧਿਕਾਰ, ਬਣਦਾ ਹੱਕ ਮਿਲ ਸਕੇ।
ਇਹ ਨਹੀਂ ਚਾਹ ਰਹੇ ਅਸੀਂ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਤੇ ਨਾ ਹੀ ਅਸੀਂ ਕਿਸੇ ਗੱਲ ਨੂੰ ਲੈ ਕੇ ਫੈਸਲਾ ਸੁਣਾ ਰਹੇ ਹਾਂ ਤੁਹਾਨੂੰ। ਤੇ ਇਸ ਦੇ ਨਾਲ ਹੀ ਪੁੱਛਣਾ ਚਾਹਾਂਗੇ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਵਰਗ ਆਪਣੇ ਅਧਿਕਾਰਾਂ ਨੂੰ, ਹੱਕਾਂ ਨੂੰ ਜਾਣਦਾ ਹੈ? ਜੇ ਜਾਣਦਾ ਹੈ, ਤੁਸੀਂ ਕਿਹਾ ਕਿ ਇਹ ਨਹੀਂ ਸਮਝ ਪਾ ਰਿਹਾ ਉਹ ਸਾਰੀਆਂ ਗੱਲਾਂ ਨੂੰ, ਜੇਕਰ ਉਹ ਸਮਝਦਾ ਵੀ ਹੈ ਤੇ ਹੁਣ ਇੱਕ ਲਹਿਰ ਉੱਠੀ ਵੀ ਹੈ ਕਿ ਇਹ ਅੰਦੋਲਨ ਕਰਨਾ ਸ਼ੁਰੂ ਕਰ ਰਹੇ ਨੇ ਜਾਂ ਫਿਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਰਹੇ ਨੇ, ਤਾਂ ਕੀ ਇਹਨਾਂ ਨੂੰ ਇਹਦੇ ਵਿੱਚ ਕਾਮਯਾਬੀ ਮਿਲੇਗੀ? ਜੇ ਹਾਂ ਤਾਂ ਫਿਰ ਕਿਸ ਤਰ੍ਹਾਂ? ਜਿੰਨਾ ਇਹ ਵਰਗ ਦਬਾਇਆ ਹੋਇਆ, ਕਿਉਂਕਿ ਇਹਨਾਂ ਦੇ ਅੰਦਰ ਕਈ ਕਿਸਮ ਦੇ ਲੋਕ ਪੈਦਾ ਹੋ ਜਾਂਦੇ ਹੈ। ਮੰਨ ਲਓ ਕਿਸੇ ਸਫਾਈ ਕਰਮਚਾਰੀ ਨੂੰ ਕਿਸੇ ਦੁੱਖ ਸੁੱਖ ਮੌਕੇ 10,000 ਰੁਪਏ ਦੀ ਲੋੜ ਹੈ, ਤਾਂ ਉਹਨੇ 10,000 ਰੁਪਇਆ ਜੇ ਲੈ ਲਿਆ ਤਾਂ 10% ਜਾਂ 20% ਵਿਆਜ ਤੇ ਲਿਆ। ਉਹ ਸਾਰੀ ਉਮਰ ਕਟਾਉਂਦਾ ਰਹਿੰਦਾ ਆਪਣੇ ਪੈਸੇ। ਉਹ ਸਹੂਲਤ ਮਾਣ ਹੀ ਨਹੀਂ ਸਕਦਾ, ਉਹ ਕੋਈ ਜ਼ਿੰਦਗੀ ਦਾ ਸੁੱਖ ਮਾਣ ਹੀ ਨਹੀਂ ਸਕਦਾ, ਕਿਉਂਕਿ ਤਨਖਾਹ ਦਾ ਇੱਕ ਵੱਡਾ ਹਿੱਸਾ ਕਟਵਾ ਦਿੰਦਾ। ਜਦੋਂ ਕਿਸੇ ਤੋਂ ਉਧਾਰ ਲਓਗੇ, ਕਿਸੇ ਵੀ ਉੱਪਰਲੇ ਕਰਮਚਾਰੀ ਤੋਂ, ਉਹ ਵਿਆਜੂ ਪੈਸੇ ਲਓਗੇ, ਤਾਂ ਤੁਸੀਂ ਸਾਰੀ ਉਮਰ ਉਹਦੇ ਅਧੀਨ ਰਹੋਗੇ, ਉਹਦੇ ਅੱਖ 'ਚ ਰਹੋਗੇ। ਜਦੋਂ ਤੁਹਾਨੂੰ ਇਹ ਹੁੰਦਾ ਹੈ ਕਿ ਤੁਹਾਡੀ ਬੀਟ ਨਾ ਬਦਲ ਦਿੱਤੀ ਜਾਵੇ, ਤੁਹਾਡਾ ਕੰਮ ਕਿਸੇ ਹੋਰ ਮਹੱਲੇ ਜਾਂ ਕਲੋਨੀ 'ਚ ਨਾ ਦੇ ਦਿੱਤਾ ਜਾਵੇ, ਤੁਹਾਡੀ ਐਬਸੈਂਟ ਨਾ ਲਾ ਦਿੱਤੀ ਜਾਵੇ, ਤੁਹਾਨੂੰ ਬਿਮਾਰੀ ਦੀ ਹਾਲਤ ਦੇ ਵਿੱਚ ਛੁੱਟੀ ਮਿਲਣੀ ਚਾਹੀਦੀ ਹੈ, ਇਸ ਕਰਕੇ ਤੁਸੀਂ ਕੌਂਸਲਰਾਂ ਦੇ ਅਧੀਨ ਹੋ ਜਾਂਦੇ ਹੋ, ਉਹਨਾਂ ਦੀ ਵਿਗਾੜ ਕਰਨ ਲਈ ਮਜਬੂਰ ਹੋ ਜਾਂਦੇ ਹੋ, ਉਹਨਾਂ ਦੀ ਓਏ ਤੋਏ ਵੀ ਮੰਨਦੇ ਹੋ। ਤਾਂ ਜਿਹੜਾ ਇਸ ਕਿਸਮ ਦੇ ਹਾਲਾਤ 'ਚ ਕੋਈ ਇਨਸਾਨ ਜ਼ਿੰਦਗੀ ਜਿਉ ਰਿਹਾ ਹੈ, ਉਹ ਮਾਨਸਿਕ ਤੌਰ ਤੇ ਕਿੰਨਾ ਕੁ ਫਰੀ ਹੋਏਗਾ ਹੋਰ ਗੱਲਾਂ ਨੂੰ ਸੋਚਣ ਵਿਚਾਰਨ ਬਾਰੇ। ਤਾਂ ਸਾਡੇ ਕਲੋਨੀਆਂ ਦੇ ਅੰਦਰ, ਸਾਡੇ ਘਰਾਂ ਦੇ ਅੰਦਰ ਇਹ ਸਫਾਈ ਕਰਮਚਾਰੀ ਜਦੋਂ ਦੀਵਾਲੀ ਦੁਸ਼ਹਿਰੇ ਤੇ ਆ ਕੇ ਕੁੰਡਾ ਖੜਕਾਉਂਦੇ ਆ ਜਾਂ ਬਿੱਲ ਖੜਕਾਉਂਦੇ ਆ ਕਿ ਸਾਨੂੰ 10-20 ਰੁਪਏ ਮਿਲ ਜਾਣ, 50 ਰੁਪਏ ਮਿਲ ਜਾਣ ਜਾਂ 100 ਰੁਪਇਆ ਮਿਲ ਜਾਏ, ਖੁਸ਼ੀਨਾਮੇ ਦੇ ਦਿਓ, ਤੁਹਾਡੇ ਘਰੇ ਵਿਆਹ ਹੋ ਕੇ ਹਟਿਆ, ਤੁਸੀਂ ਵਿਆਹ ਦਾ ਕਾਰਡ ਜਾਂ ਡੱਬਾ ਤਾਂ ਉਹਨਾਂ ਨੂੰ ਭੇਜਿਆ ਨਹੀਂ ਨਾ ਭੇਜਿਆ, ਕਿਉਂਕਿ ਉਹ ਦੂਸਰੀ ਜਾਤੀ ਦੇ ਨੇ, ਸਫਾਈ ਕਰਮਚਾਰੀ ਨੇ। ਹਾਂ, ਬਚੀ ਹੋਈ ਮਠਿਆਈ ਜਾਂ 50 ਰੁਪਏ 100 ਰੁਪਇਆ ਤੁਸੀਂ ਖੁਸ਼ੀਨਾਮੇ ਦੇ ਕੇ ਕਿਸਾਨ ਜਿਤਾਓਗੇ ਕਿ ਅਸੀਂ ਤੈਨੂੰ ਆਹ ਦੇ ਰਹੇ ਹਾਂ। ਹਾਲਾਂਕਿ ਸਫਾਈ ਕਰਮਚਾਰੀ ਤੋਂ ਬਿਨਾਂ ਨਾ ਸਾਡੀਆਂ ਕਲੋਨੀਆਂ, ਨਾ ਸਾਡੇ ਘਰਾਂ, ਨਾ ਸਾਡੀਆਂ ਸੜਕਾਂ, ਨਾ ਪੂਰਾ ਸੀਵਰੇਜ ਸਿਸਟਮ ਦਾ ਪ੍ਰਬੰਧ ਹੋ ਸਕੇ। ਪਰ ਕਿਉਂਕਿ ਉਹ ਨੀਵੀਂ ਜਾਤੀ ਨਾਲ ਸੰਬੰਧਿਤ ਨੇ, ਇਸ ਕਰਕੇ ਅਸੀਂ ਉਹਨਾਂ ਨੂੰ ਉਹ ਸਨਮਾਨਯੋਗ ਰੁਤਬਾ ਜਿਹੜਾ ਸੁਸਾਇਟੀ ਦੇ ਦੂਜੇ ਲੋਕਾਂ ਨੂੰ ਦਿੰਦੇ ਨਹੀਂ ਦੇ ਰਹੇ। ਤੇ ਫਿਰ ਉਹਨਾਂ ਤੋਂ ਕੀ ਆਸ ਕਰਦੇ ਆ ਕਿ ਉਹ ਬਹੁਤ ਖੁੱਲੇ ਦਿਮਾਗ ਦੇ, ਬਹੁਤ ਚਿੰਤਨਸ਼ੀਲ ਦਿਮਾਗ ਦੇ ਲੋਕ ਹੋਣਗੇ। ਪਰ ਇੱਕ ਗੱਲ ਪੱਕੀ ਹੈ ਕਿ ਜਿੰਨਾ ਵੀ ਕਿਸੇ ਚੀਜ਼ ਨੂੰ ਦਬਾਇਆ ਜਾਂਦਾ ਹੈ, ਇਹ ਵਿਗਿਆਨ ਦਾ ਕਾਨੂੰਨ ਹੈ ਕਿ ਉਹ ਦੂਜੇ ਤੀਜੇ ਜ਼ੋਰ ਨਾਲ ਉੱਪਰ ਉੱਠਦਾ ਹੈ। ਇਹ ਸਫਾਈ ਕਰਮਚਾਰੀ ਜਿਹੜੇ ਸਾਲਾਂ ਤੋਂ, ਵਰ੍ਹਿਆਂ ਤੋਂ ਦਬਾਏ ਹੋਏ ਨੇ, ਇਹ ਹੌਲੀ ਹੌਲੀ ਚੇਤਨ ਹੋ ਰਹੇ ਨੇ।